हेलो एवरीवन वेलकम बैक टू माई चैनल BA ਸਮੈਸਟਰ 6 सोशियोलॉजी ਦੀ ਵੀਡੀਓ ਸੀਰੀਜ਼ ਲੈ ਕੇ ਮੈਂ ਹਾਜ਼ਰ ਹਾਂ। वन बाय वन ਆਪਾਂ ਟੌਪਿਕਸ ਨੂੰ ਕਵਰ ਕਰਾਂਗੇ। ਤੁਹਾਡੇ ਪੇਪਰ ਦਾ ਨਾਮ ਹੈ ਸਮਾਜਿਕ ਵਿਗਿਆਨਕ ਖੋਜ ਵਿਧੀਆਂ। ਤਾਂ ਸੋਸ਼ਲ ਸਾਇੰਸ ਰਿਸਰਚ ਮੈਥਡ ਤੁਹਾਡੇ ਪੇਪਰ ਦਾ ਨਾਮ ਹੈ। ਵੀਡੀਓ ਨੂੰ ਐਂਡ ਤੱਕ ਬਿਨਾਂ ਸਕਿਪ ਕਰੇ ਦੇਖਿਓ ਤੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਬਿਕੋਜ਼ ਕਾਫੀ ਸਾਰੇ ਸਬਜੈਕਟਸ ਦੇ ਰਿਲੇਟਡ ਵੀਡੀਓ ਮੇਰੇ ਚੈਨਲ ਤੇ ਅਵੇਲੇਬਲ ਨੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਆਉਣਗੀਆਂ ਵੀ। BA ਸਮੈਸਟਰ 2 ਸਮੈਸਟਰ 4 ਅਤੇ ਸਮੈਸਟਰ 6 ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਬਿਕੋਜ਼ ਕਾਫੀ ਸਾਰੇ ਨੋਟਸ PDF ਅਪਡੇਟਸ ਲਿੰਕਸ ਮੈਂ ਉੱਥੇ ਪ੍ਰੋਵਾਈਡ ਕਰਦੀ ਰਹਿੰਦੀ ਹਾਂ। ਤੋ ਅੱਜ ਦਾ ਆਪਣਾ ਟੌਪਿਕ ਹੈ ਸੋਸ਼ਲ ਰਿਸਰਚ। ਇਹਦੇ ਵਿੱਚ ਆਪਾਂ ਇਸਦੇ ਕਰੈਕਟਰਿਸਟਿਕਸ ਓਬਜੈਕਟਿਵਸ ਅਤੇ ਸਟੈਪਸ ਪੜ੍ਹਾਂਗੇ। ਸੋਸ਼ਲ ਰਿਸਰਚ ਕੀ ਹੁੰਦੀ ਹੈ, ਸਮਾਜਿਕ ਖੋਜ ਕੀ ਹੁੰਦੀ ਹੈ। ਹੁਣ ਦੇਖੋ, ਮਨੁੱਖ ਇੱਕ ਬੌਧਿਕ ਪ੍ਰਾਣੀ ਹੈ। ਇਕੱਲਾ ਮਨੁੱਖ ਹੀ ਹੈਗਾ ਜਿਸ ਦੇ ਕੋਲ ਦਿਮਾਗ ਹੈ। ਉਹ ਬੜਾ ਹੀ ਜਿਗਿਆਸੂ ਹੈ। ਜੋ ਵੀ ਉਹਦੇ ਆਲੇ ਦੁਆਲਾ ਕੁਛ ਨਾ ਕੁਛ ਹੋ ਰਿਹਾ ਤਾਂ ਉਹ ਉਹਦੇ ਵਾਸਤੇ ਕਿਵੇਂ ਕਿਉਂ ਹੋ ਰਿਹਾ ਹੈਗਾ। ਸੋ ਇਹ ਜਿਹੜਾ ਹੈਗਾ ਉਹ ਜ਼ਰੂਰ ਲੱਭਦਾ ਹੈਗਾ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਤਾਂ ਆਪਣੇ ਮਨ ਦੀ ਜਿਗਿਆਸਾ ਨੂੰ ਉਹ ਸ਼ਾਂਤ ਕਰਦਾ ਪਤਾ ਕਰਕੇ ਕਿ ਇਹ ਸਭ ਕੁਝ ਕਿਉਂ ਹੋ ਰਿਹਾ, ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ। ਸੋ ਇਹ ਘਟਨਾਵਾਂ ਦਾ ਜਦੋਂ ਗਿਆਨ ਪ੍ਰਾਪਤ ਕਰਦਾ ਆਪਣੇ ਮਨ ਦੀ ਰੁਚੀ ਨੂੰ ਸ਼ਾਂਤ ਕਰਦਾ ਹੈਗਾ ਤਾਂ ਉਸਨੂੰ ਆਪਾਂ ਸਮਾਜਿਕ ਖੋਜ ਕਹਿੰਦੇ ਹਾਂ। ਠੀਕ ਹੈ। ਸੋ ਫਿਰ ਉਹ ਕੀ ਕਰਦਾ, ਨਵੇਂ ਸਿਧਾਂਤ ਬਣਾਉਂਦਾ, ਪੁਰਾਣੇ ਸਿਧਾਂਤਾਂ ਦੀ ਦੁਬਾਰਾ ਪ੍ਰੀਖਿਆ ਕਰਦਾ ਹੈ ਨਾ, ਵੈਰੀਫਿਕੇਸ਼ਨ ਕਰਦਾ ਕਿ ਸਹੀ ਹੋਇਆ ਹੈਗਾ ਇਹ ਚੀਜ਼। ਤਾਂ ਉਹਨਾਂ ਵਿੱਚ ਪ੍ਰਯੋਗ ਹੋਣ ਵਾਲੀਆਂ ਵਿਧੀਆਂ ਦੇ ਸੱਚਾਈ ਜਾਣਦਾ, ਉਪਯੋਗਤਾ ਦੀ ਵੀ ਜਾਂਚ ਕਰਦਾ। ਕਾਰਜ ਅਤੇ ਕਾਰਨ ਦਾ ਜਿਹੜਾ ਹੈ ਰਿਲੇਸ਼ਨਸ਼ਿਪ ਵੀ ਉਹ ਪਤਾ ਕਰਦਾ। ਤਾਂ ਜਿਹੜਾ ਮਨੁੱਖ ਹੈਗਾ ਇੱਕ ਜਿਗਿਆਸੂ ਪ੍ਰਾਣੀ ਹੈ, ਬੌਧਿਕ ਪ੍ਰਾਣੀ ਹੈਗਾ। ਉਹਦੇ ਆਲੇ ਦੁਆਲੇ ਕਿਉਂ ਹੋ ਰਿਹਾ, ਕੀ ਹੋ ਰਿਹਾ, ਕਿਵੇਂ ਹੋ ਰਿਹਾ, ਕੀ ਕਾਰਨ ਨੇ, ਸੋ ਇਹਦਾ ਪਤਾ ਉਹ ਲਗਾਉਂਦਾ ਰਹਿੰਦਾ। ਜਿਹੜੀ ਆਪਣੀ ਰਿਸਰਚ ਹੁੰਦੀ ਹੈ ਸੋਸ਼ਲ ਰਿਸਰਚ, ਇਹ ਦੋ ਪ੍ਰਕਾਰ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਪੋਜ਼ੀਟਿਵ ਯਾਨੀ ਕਿ ਪਿਓਰ, ਇੱਕ ਹੁੰਦੀ ਹੈ ਅਪਲਾਈਡ। ਪਿਓਰ ਦਾ ਮਤਲਬ ਕੀ ਹੋ ਗਿਆ, ਪਿਓਰ ਰਿਸਰਚ ਸ਼ੁੱਧ ਸਮਾਜਿਕ ਖੋਜ ਦਾ ਮਤਲਬ ਹੁੰਦਾ ਹੈ ਕਿ ਜਦੋਂ ਅਸੀਂ ਗਿਆਨ ਪ੍ਰਾਪਤ ਕਰਦੇ ਹਾਂ, ਸਿਰਫ ਨੌਲੇਜ ਲਈ ਜਿਹੜੀ ਹੈ ਕੋਈ ਚੀਜ਼ ਰਿਸਰਚ ਕਰਦੇ ਹਾਂ ਤਾਂ ਉਸਨੂੰ ਆਪਾਂ ਪੋਜ਼ੀਟਿਵ ਰਿਸਰਚ ਕਹਿੰਦੇ ਹਾਂ। ਲੇਕਿਨ ਜਦੋਂ ਉਸਨੂੰ ਅਸੀਂ ਉਸ ਗਿਆਨ ਨੂੰ ਕਿਤੇ ਅਸੀਂ ਲਗਾਉਂਦੇ ਹਾਂ, ਹੁਣ ਲਾਈਕ ਮੈਂ ਡਾਟਾ ਇਕੱਠਾ ਕੀਤਾ ਕਿ ਕਿੰਨੇ ਲਵ ਮੈਰਿਜਸ ਹੋ ਰਹੀਆਂ ਨੇ ਪਟਿਆਲਾ ਜ਼ਿਲ੍ਹੇ ਦੇ ਵਿੱਚ, ਹੈ ਨਾ। ਤਾਂ ਮੈਂ ਆਪਣੀ ਨੌਲੇਜ ਲਈ ਅਗਰ ਕੀਤਾ ਤਾਂ ਦੈਟ ਇਜ਼ ਪਿਓਰ, ਹੈ ਨਾ। ਪਿਓਰ ਰਿਸਰਚ ਅਗਰ ਮੈਂ ਉਹਨੂੰ ਅਪਲਾਈ ਕੀਤਾ ਅਤੇ ਮੈਂ ਰਿਪੋਰਟ ਬਣਾ ਰਹੀ ਹਾਂ ਅਤੇ ਇਹ ਡਾਟਾ ਮੈਂ ਕਿਤੇ ਅਪਲਾਈ ਕਰ ਰਹੀ ਹੈਗੀ ਹਾਂ ਉਸ ਗਿਆਨ ਨੂੰ, ਹੈ ਨਾ। ਤਾਂ ਲਾਈਕ ਮੈਂ NGOs ਵਾਲਿਆਂ ਨੂੰ ਇਹ ਡਾਟਾ ਦੇ ਰਹੀ ਹਾਂ ਵੀ ਇੰਨੀ ਆਹ ਚੀਜ਼ ਹੋ ਰਹੀ ਹੈ, ਤਾਂ ਉਹ ਜਿਹੜਾ ਹੈਗਾ ਅਪਲਾਈਡ ਰਿਸਰਚ ਵੀ ਹੋ ਗਿਆ ਕਿ ਕਿਤੇ ਇਹਦੇ ਗਿਆਨ ਦੀ ਜਿਹੜੀ ਹੈਗੀ ਹੈ ਉਸਨੂੰ ਅਪਲਾਈਡ ਉਪਯੋਗ ਵੀ ਕੀਤਾ ਜਾ ਰਿਹਾ। ਠੀਕ ਹੈ। ਸੋ ਡੈਫੀਨੇਸ਼ਨਸ ਦੀ ਅਗਰ ਆਪਾਂ ਗੱਲ ਕਰਾਂਗੇ ਤਾਂ ਡੈਫੀਨੇਸ਼ਨ ਦੇ ਵਿੱਚ ਜਿਹੜਾ ਹੈਗਾ PV ਯੰਗ ਕਹਿ ਰਹੇ ਨੇ ਕਿ ਸਮਾਜਿਕ ਖੋਜ ਜਿਹੜੀ ਹੈਗੀ ਹੈ ਉਸ ਦੀ ਪਰਿਭਾਸ਼ਾ ਅਸੀਂ ਨਵੇਂ ਤੱਥਾਂ ਦੀ ਖੋਜ, ਸਮਾਜਿਕ ਖੋਜ ਦਾ ਮਤਲਬ ਕੀ ਹੈ, ਨਵੇਂ ਤੱਥਾਂ ਦੀ ਖੋਜ ਕਰਨਾ, ਪੁਰਾਣੇ ਤੱਥਾਂ ਦੀ ਸੱਚਾਈ ਨੂੰ ਪਛਾਣਨਾ, ਉਹਨਾਂ ਦੀ ਕਰਮਬੱਧਤਾ ਅਤੇ ਅੰਤਰ ਸੰਬੰਧ ਦੇਖਣੇ, ਕਾਰਜ ਕਾਰਨ ਵਿਆਖਿਆਵਾਂ ਅਤੇ ਉਹਨਾਂ ਨੂੰ ਕੰਟਰੋਲ ਨਿਯੰਤਰਿਤ ਕਰਨ ਵਾਲੇ ਨਿਯਮਾਂ ਦੇ ਸਹੀ ਤਰੀਕੇ ਦੇ ਨਾਲ ਖੋਜ ਦੇ ਵਿੱਚ ਰੂਪ ਦੇ ਵਿੱਚ ਅਸੀਂ ਕਰ ਸਕਦੇ ਹਾਂ। ਠੀਕ ਹੈ। ਇੱਕ ਬੋਗਾਰਡਸ ਦੀ ਵੀ ਹੈਗੀ ਆ। ਬੋਗਾਰਡਸ ਕਹਿ ਰਹੇ ਨੇ ਕਿ ਸਮਾਜਿਕ ਖੋਜ ਇਕੱਠੇ ਰਹਿੰਦੇ ਲੋਕਾਂ ਦੇ ਜੀਵਨ ਵਿੱਚ ਕਿਰਿਆਸ਼ੀਲ ਮੌਲਿਕ ਯਾਨੀ ਕਿ ਜਿਹੜੀਆਂ ਬੇਸਿਕ ਪ੍ਰਕਿਰਿਆਵਾਂ ਦੀ ਖੋਜ ਹੈ। ਸਮਾਜਿਕ ਖੋਜ ਇਕੱਠੇ ਰਹਿੰਦੇ ਲੋਕਾਂ ਦੀ ਜੀਵਨ ਦੇ ਵਿੱਚ ਕਿਰਿਆਸ਼ੀਲ ਮੌਲਿਕ ਪ੍ਰਕਿਰਿਆਵਾਂ ਦੀ ਖੋਜ ਹੈ। ਸੋ ਇਹ ਤੁਸੀਂ ਵੀ ਡੈਫੀਨੇਸ਼ਨ ਲਿਖ ਸਕਦੇ ਹੋ। PV ਯੰਗ ਕਹਿ ਰਹੇ ਨੇ ਕਿ ਸਮਾਜਿਕ ਖੋਜ ਕੀ ਹੈਗੀ ਹੈ, ਸੱਚ ਦੀ ਆਪਸੀ ਸੰਬੰਧਿਤ ਪ੍ਰਕਿਰਿਆਵਾਂ ਦੀ ਸੁਨਿਸ਼ਚਿਤ ਖੋਜ ਅਤੇ ਵਿਸ਼ਲੇਸ਼ਣ ਹੈ। ਮਤਲਬ ਜਿਹੜੇ ਸੱਚਾਈ ਦੀ ਆਪਸੀ ਸੰਬੰਧਿਤ ਪ੍ਰਕਿਰਿਆਵਾਂ ਦੀ ਸੁਨਿਸ਼ਚਿਤ ਖੋਜ ਅਤੇ ਵਿਸ਼ਲੇਸ਼ਣ ਹੈ। ਸੋ ਇਹ ਆਪਾਂ ਦੋ ਜਿਹੜੀਆਂ ਨੇ, ਇੱਕ ਆ ਬੋਗਾਰਡਸ ਦੀ ਜਿਹੜੀ ਮੈਂ ਹੁਣੇ ਤੁਹਾਨੂੰ ਦੱਸ ਕੇ ਹਟੀ ਹਾਂ, ਬੋਗਾਰਡਸ ਦੀ ਵੀ ਤੁਸੀਂ ਕਰ ਸਕਦੇ ਹੋ। ਤਿੰਨ ਡੈਫੀਨੇਸ਼ਨ ਤੁਸੀਂ ਕਰ ਸਕਦੇ ਹੋ ਅਤੇ ਨਾਲ ਹੀ ਤੁਸੀਂ ਉਸ ਤੋਂ ਬਾਅਦ ਦੱਸ ਸਕਦੇ ਹੋ ਕਿ ਉਪਰੋਕਤ ਪਰਿਭਾਸ਼ਾਵਾਂ ਤੋਂ ਸਪਸ਼ਟ ਹੈ ਕਿ ਜਿਹੜਾ ਸਮਾਜਿਕ ਖੋਜ ਜਿਹੜੀ ਹੈਗੀ ਹੈ ਉਹ ਕੀ ਹੈਗਾ, ਸੱਚਾਈ ਦਾ ਪਤਾ ਕਰਨਾ, ਪੁਰਾਣੀਆਂ ਜਿਹੜੀਆਂ ਖੋਜਾਂ ਹੋ ਚੁੱਕੀਆਂ ਨੇ ਉਹਨਾਂ ਦੀ ਪੜਤਾਲ ਕਰਨਾ। ਸੋ ਇਹ ਕੀ ਹੈਗਾ, ਸਮਾਜਿਕ ਖੋਜ ਹੈ। ਸੋ ਇਹ ਅੰਤਰ ਸੰਬੰਧਿਤ ਹੁੰਦੀਆਂ ਨੇ ਸਮਾਜਿਕ ਘਟਨਾਵਾਂ। ਸੋ ਤਾਂ ਕਰਕੇ ਜਿਹੜਾ ਹੈ ਸਮਾਜਿਕ ਖੋਜ ਲਾਜ਼ਮੀ ਹੁੰਦੀ ਹੈ। ਅਤੇ ਸਮਾਜਿਕ ਖੋਜ ਦਾ ਮਹੱਤਵ ਆਪਾਂ ਗੱਲ ਕਰੀਏ, ਓਬਜੈਕਟਿਵ ਖੋਜ ਦਾ ਮਹੱਤਵ ਅਤੇ ਉਦੇਸ਼ ਕੀ ਨੇ। ਸੋ ਇਹ ਕੁਐਸਚਨ ਵੀ ਤੁਹਾਨੂੰ ਆ ਸਕਦਾ ਹੈ ਕਿਉਂਕਿ ਜਿਹੜਾ ਹੈ ਖੋਜ ਦਾ ਬਹੁਤ ਜ਼ਿਆਦਾ ਮਹੱਤਵ ਹੈਗਾ ਕਿਉਂਕਿ ਸਮਾਜ ਵਿੱਚ ਕਾਫੀ ਸਾਰੀਆਂ ਫੈਲੀਆਂ ਸਮੱਸਿਆਵਾਂ ਨੇ, ਅਸੀਂ ਇਹਨਾਂ ਨੂੰ ਦੂਰ ਕਰ ਸਕਦੇ ਹਾਂ ਸਮਾਜਿਕ ਖੋਜ ਦੇ ਥਰੂ। ਸਮਾਜਿਕ ਖੋਜ ਦਾ ਮਤਲਬ ਕੀ ਹੈ, ਇੱਕ ਤਾਂ ਨਵੇਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਠੀਕ ਹੈ। ਅਗਰ ਅਸੀਂ ਕੁਝ ਨਵਾਂ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਸਮਾਜਿਕ ਖੋਜ ਜਿਹੜਾ ਹੈ ਸਾਡੀ ਮਦਦ ਕਰਦਾ ਹੈਗਾ। ਕੁਝ ਸਾਡੇ ਸਾਹਮਣੇ ਨਵੇਂ ਤੱਥ ਆਉਂਦੇ ਨੇ ਜੋ ਕਿ ਸਮਾਜ ਦੇ ਬਦਲਾਅ ਲਈ ਜ਼ਰੂਰੀ ਹੁੰਦੇ ਨੇ।
ਸਮਾਜ ਵਿੱਚ ਬਦਲਾਅ ਆਉਣ ਦੇ ਨਾਲ ਜਿਹੜਾ ਹੈਗਾ ਕਿਸੇ ਵੀ ਸਮੱਸਿਆ ਦੇ ਕਾਰਨਾਂ ਦੇ ਵਿੱਚ ਵੀ ਬਦਲਾਅ ਆਉਂਦਾ ਹੈ। ਇਸ ਕਰਕੇ ਜਿਹੜਾ ਹੈ ਨਵੇਂ ਤੱਥਾਂ ਦੇ ਆਧਾਰ 'ਤੇ ਅਸੀਂ ਕੀ ਕਰਦੇ ਹਾਂ, ਨਵੇਂ ਵਿਚਾਰ ਇੰਟਰੋਡਿਊਸ ਕਰਦੇ ਹਾਂ, ਨਵੇਂ ਵਿਸ਼ਵਾਸ ਇੰਟਰੋਡਿਊਸ ਕਰਦੇ ਹਾਂ, ਮਾਨਤਾਵਾਂ ਨੂੰ ਜਨਮ ਦਿੰਦੇ ਹਾਂ, ਹੈ ਨਾ। ਜਦੋਂ ਅਸੀਂ ਨਵਾਂ ਗਿਆਨ ਪ੍ਰਾਪਤ ਕਰਨਾ ਹੈ ਨਾ, ਪੁਰਾਣੀ ਜਿਹੜੇ ਸਾਡਾ ਗਿਆਨ ਹੈਗਾ ਉਹਦੇ ਵਿੱਚ ਅਸੀਂ ਚੇਂਜਿਸ ਕਰਨਾ ਚਾਹੁੰਦੇ ਹੈਗੇ ਹਾਂ, ਤਾਂ ਸਮਾਜਿਕ ਖੋਜ ਜਿਹੜੀ ਹੈਗੀ ਆ ਉਹ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਸਮਾਜਿਕ ਖੋਜ ਜਿਹੜੀ ਹੈਗੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ। ਹੁਣ ਆਪਾਂ ਪਿੱਛੇ ਵੀ ਪੜ੍ਹਿਆ ਸੀਗਾ ਕਿ ਪੁਰਾਣੇ ਸੱਚ ਦੀ ਪ੍ਰੀਖਿਆ ਪੜਤਾਲ ਕਰਨੀ। ਦੇਖੋ ਸਮਾਜਿਕ ਖੋਜਾਂ ਬਹੁਤ ਸਮੇਂ ਤੋਂ ਜਿਹੜੀਆਂ ਆ ਚੱਲੀਆਂ ਆ ਰਹੀਆਂ ਨੇ ਅਤੇ ਇਹ ਜਿਹੜੀਆਂ ਨੇ ਬਹੁਤ ਇਹਨਾਂ ਦਾ ਮਹੱਤਵ ਜਿਹੜਾ ਹੈਗਾ ਬਹੁਤ ਵੱਧ ਗਿਆ ਹੈਗਾ। ਅਤੇ ਕਿਉਂਕਿ ਮਨੁੱਖ ਅਤੇ ਮਨੁੱਖੀ ਸਮਾਜ ਪਰਿਵਰਤਨਸ਼ੀਲ ਨੇ, ਇਸ ਕਰਕੇ ਜਿਹੜਾ ਹੈ ਹਰੇਕ ਘਟਨਾ ਦੇ ਕਾਰਨ ਵੀ ਬਦਲਦੇ ਰਹਿੰਦੇ ਆ। ਦੇਖੋ ਦੁਨੀਆ, ਸੁਸਾਇਟੀ ਹਰ ਥਾਂ ਫੈਲੀ ਹੋਈ ਹੈ ਅਤੇ ਮਨੁੱਖ ਦੇ ਵਿਵਹਾਰ ਸਾਰਿਆਂ ਦੇ ਵਤੀਰੇ ਜਿਹੜੇ ਨੇ ਅਲੱਗ ਅਲੱਗ ਹੈ। ਤਾਂ ਹੁਣ ਇੱਕ ਦੂਜੇ ਦੇ ਵਤੀਰਿਆਂ ਦੇ ਉੱਤੇ ਅਸੀਂ ਨਹੀਂ ਚੱਲ ਸਕਦੇ। ਸੋ ਪੁਰਾਣੀਆਂ ਜਿਹੜੀਆਂ ਰੂੜੀਵਾਦੀ ਤਕਨੀਕਾਂ ਅਸੀਂ ਜਿਹੜੀਆਂ ਸੀ ਉਹ ਸਿੱਟਦੇ ਰਹਿੰਦੇ ਹਾਂ, ਛੱਡਦੇ ਰਹਿੰਦੇ ਹਾਂ, ਹੈ ਨਾ। ਹੁਣ ਜਿਵੇਂ ਇਹਨਾਂ ਦੇ ਵਿੱਚ ਜਿਹੜਾ ਹੈਗਾ, ਹੁਣ ਆਪਣੇ ਐਜੂਕੇਸ਼ਨ ਸਿਸਟਮ ਦੀ ਉਹ ਗੱਲ ਲਾ ਲਈਏ। ਸਮਾਜਿਕ ਖੋਜ ਦਾ ਮਤਲਬ ਕੀ ਹੈ, ਅਗਰ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਸਾਡਾ ਐਜੂਕੇਸ਼ਨ ਸਿਸਟਮ ਕਿੱਦਾਂ ਦਾ ਹੈ, ਜਦੋਂ ਅਸੀਂ ਪੁਰਾਣਾ ਸਿਸਟਮ ਦੇਖਦੇ ਹਾਂ ਤਾਂ ਉਹਦੇ ਵਿੱਚ ਕਿੰਨੀਆਂ ਸਾਰੀਆਂ ਸਾਨੂੰ ਡਰਾਬੈਕਸ ਦੇਖਣ ਨੂੰ, ਦੋਸ਼ ਮਿਲਦੇ ਨੇ, ਹੈ ਨਾ। ਹੁਣ ਦੀ ਪ੍ਰਣਾਲੀ 'ਚ ਵੀ ਦੋਸ਼ ਹੈ ਅਤੇ ਤਾਂ ਹੀ ਤਾਂ ਜਿਹੜੀ 2020 ਦੀ ਨੈਸ਼ਨਲ ਐਜੂਕੇਸ਼ਨਲ ਪੋਲਿਸੀ ਸੀ ਇੰਟਰੋਡਿਊਸ ਕੀਤੀ ਗਈ ਹੈ, ਜਿਹੜੇ ਵੀ ਡਰਾਬੈਕ ਸੀਗੇ ਐਜੂਕੇਸ਼ਨ ਸਿਸਟਮ ਦੇ ਵਿੱਚ, ਤਾਂ ਕਿ ਜਿਹੜੇ ਹੈਗੇ ਨੇ ਇਹਦੇ ਵਿੱਚ ਇੰਪਰੂਵ ਕੀਤੇ ਜਾਣ। ਅੱਗੇ ਵੀ ਐਜੂਕੇਸ਼ਨਲ ਪੋਲਿਸੀਜ਼ ਆਉਣਗੀਆਂ, ਉਹਦੇ ਵਿੱਚ ਜਿਹੜੀ ਵੀ 2020 ਦੀ ਪੋਲਿਸੀ ਦੇ ਵਿੱਚ ਡਰਾਬੈਕ ਸੀਗੇ ਉਹ ਦੂਰ ਕੀਤੇ ਜਾਣਗੇ। ਤਾਂ ਪੁਰਾਣੀਆਂ ਚੀਜ਼ਾਂ ਨੂੰ ਜਿਹੜਾ ਹੈਗਾ, ਜਿਹੜੀਆਂ ਉਹਨਾਂ ਦੇ ਵਿੱਚ ਅੱਛਾਈਆਂ ਨੇ ਉਹ ਲੈ ਕੇ ਚੱਲਿਆ ਜਾਂਦਾ ਨਾਲ ਨਾਲ, ਔਰ ਜਿਹੜੀਆਂ ਗਲਤ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਡਿਲੀਟ ਕੀਤਾ ਜਾਂਦਾ। ਸੋ ਲਾਈਕ ਆਪਾਂ ਉਦਾਹਰਨ ਦੇ ਤੌਰ 'ਤੇ ਦੇਖੀਏ ਕਿ ਆਜ਼ਾਦੀ ਤੋਂ ਪਹਿਲਾਂ ਬੇਰੁਜ਼ਗਾਰੀ ਦਾ ਕਾਰਨ ਕੀ ਸੀਗਾ, ਅੰਗਰੇਜ਼ਾਂ ਦਾ ਸ਼ੋਸ਼ਣ। ਪਰ ਅੱਜ ਕੀ ਹੈਗਾ, ਗਰੀਬੀ, ਜਨਸੰਖਿਆ ਬਹੁਤ ਵੱਧ ਗਈ ਅਤੇ ਅਨਪੜ੍ਹਤਾ, ਲੋਕ ਅਨਪੜ੍ਹ ਨੇ, ਹੈ ਨਾ। ਸੋ ਤਾਂ ਕਰਕੇ ਜਿਹੜਾ ਹੈਗਾ ਸਾਨੂੰ ਕੀ ਹੈਗਾ, ਪੁਰਾਣੇ ਸੱਚਾਂ ਦੀ ਵੀ ਪ੍ਰੀਖਿਆ ਕਰਦੇ ਹਾਂ ਕਿ ਪੁਰਾਣੇ ਸੱਚ ਜਿਹੜੇ ਸੀ ਸਹੀ ਸੀ। ਫਿਰ ਉਸ ਤੋਂ ਬਾਅਦ 'ਚ ਹੈ ਵਿਗਿਆਨਕ ਅਧਿਐਨ। ਜੇਕਰ ਅਸੀਂ ਸਮਾਜਿਕ ਸਮੱਸਿਆਵਾਂ ਦਾ ਹੱਲ ਲੱਭਣਾ ਤਾਂ ਅਸੀਂ ਜਿਹੜਾ ਹੈ ਸਹੀ ਤਰੀਕੇ ਨਾਲ ਅਧਿਐਨ ਕਰਦੇ ਹਾਂ, ਵਿਸ਼ਲੇਸ਼ਣ ਕਰਦੇ ਹਾਂ। ਸਮਾਜਿਕ ਖੋਜ ਦਾ ਮਤਲਬ ਇਹੀ ਨਹੀਂ ਹੈ ਕਿ ਗਿਆਨ ਪ੍ਰਾਪਤ ਕਰਕੇ ਬੈਠ ਜਾਓ, ਨਹੀਂ, ਉਹਨਾਂ ਦਾ ਸਹੀ ਤਰੀਕੇ ਨਾਲ ਅਧਿਐਨ ਕਰਨਾ, ਵਿਸ਼ਲੇਸ਼ਣ ਕਰਨਾ, ਕਿਉਂਕਿ ਅੱਜ ਦਾ ਯੁੱਗ ਕਿਹੜਾ ਹੈ, ਵਿਗਿਆਨ ਦਾ ਯੁੱਗ ਹੈ ਅਤੇ ਇਸ ਦੇ ਵਿੱਚ ਕੋਈ ਵੀ ਚੀਜ਼ ਸਵੀਕਾਰ ਤਦ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਦੀ ਰਿਜ਼ਲਟ ਜਿਹੜੇ ਨੇ ਉਹਦੇ ਸਾਇੰਟੀਫਿਕ ਨਾ ਹੋਣ। ਠੀਕ ਹੈ, ਹਰੇਕ ਚੀਜ਼ ਵਿਦਾਊਟ ਬਾਇਸਨੈਸ ਜਿਹੜੀ ਹੈਗੀ ਹੈ, ਨਿਰਪੱਖਤਾ ਦੇ ਨਾਲ ਜਿਹੜੀ ਹੈਗੀ ਹੋਣੀ ਚਾਹੀਦੀ ਹੈ, ਡੂੰਘਾਈ ਦੇ ਨਾਲ ਉਹਦੀ ਜਾਂਚ ਕਰਨੀ ਚਾਹੀਦੀ ਹੈ, ਸਹੀ ਨਤੀਜੇ ਕੱਢਣੇ ਚਾਹੀਦੇ ਨੇ। ਸੋ ਤਾਂ ਹੀ ਜਿਹੜੀ ਹੈਗੀ ਹੈ ਸਮਾਜਿਕ ਖੋਜਾਂ ਕੀਤੀਆਂ ਜਾਂਦੀਆਂ। ਸੋ ਸਮਾਜਿਕ ਖੋਜ ਦਾ ਮਹੱਤਵ ਇਹ ਵੀ ਹੈ ਕਿ ਵਿਗਿਆਨਕ ਵਿਧੀ ਦੇ ਨਾਲ ਅਧਿਐਨ ਕੀਤਾ ਜਾਂਦਾ ਹੈ, ਨਿਰਪੱਖ ਵਿਸ਼ਲੇਸ਼ਣ ਕੀਤਾ ਜਾਂਦਾ ਹੈ, ਕੋਈ ਬਾਇਸਨੈਸ ਨਹੀਂ ਕੀਤੀ ਜਾਂਦੀ ਸਮਾਜਿਕ ਘਟਨਾਵਾਂ ਦੇ ਵਿੱਚ, ਕਿਉਂਕਿ ਜਿਹੜਾ ਹੈ ਮਨੁੱਖ ਆਪਣੀਆਂ ਭਾਵਨਾਵਾਂ, ਵਿਸ਼ਵਾਸ ਨੂੰ, ਪਰੰਪਰਾਵਾਂ ਨੂੰ ਸਾਈਡ 'ਤੇ ਰੱਖ ਕੇ ਜਿਹੜਾ ਹੈ ਸਮਾਜਿਕ ਘਟਨਾਵਾਂ ਦਾ ਅਧਿਐਨ ਕਰਦਾ ਹੈ। ਹੁਣ ਹੋ ਸਕਦਾ ਮੈਂ ਫੇਵਰ ਹੋਵਾਂ ਕਿ ਅਰੇਂਜ ਮੈਰਿਜ ਕਰਨੀ ਹੈ ਨਾ, ਹੋ ਸਕਦਾ ਮੈਂ ਲਵ ਮੈਰਿਜ ਦੇ ਵਿੱਚ, ਲੇਕਿਨ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਮੇਰਾ ਮੋਟਿਵ ਜੋ ਵੀ ਮਰਜ਼ੀ ਹੋਵੇ, ਮੈਨੂੰ ਹੋ ਸਕਦਾ ਹੈ ਅਰੇਂਜ ਮੈਰਿਜ ਜ਼ਿਆਦਾ ਪਸੰਦ ਹੋਣ, ਤਾਂ ਮੈਂ ਜਿਹੜਾ ਹੈਗਾ ਇਹ ਚੀਜ਼ ਨੂੰ ਲੈ ਕੇ ਅੱਗੇ ਚੱਲਾਂ। ਹੋ ਸਕਦਾ ਹੈ ਮੈਜੋਰਟੀ ਆਫ ਦਾ ਪੀਪਲ ਕਹਿਣ ਵੀ ਸਾਨੇ ਲਵ ਮੈਰਿਜ ਕਰਾਉਣੀ ਹੈ। ਸੋ ਆਪਣੀ ਬਾਇਸਨੈਸ ਸਾਈਡ ਦੇ ਉੱਤੇ ਰੱਖ ਕੇ ਜਿਹੜਾ ਹੈ ਚੱਲਣਾ ਚਾਹੀਦਾ ਹੈਗਾ, ਵਿਗਿਆਨਕ ਵਿਧੀ ਦਾ ਪ੍ਰਯੋਗ ਜਿਹੜਾ ਹੈਗਾ ਕਰਨਾ ਚਾਹੀਦਾ, ਨਿਰਪੱਖਤਾ ਦੇ ਨਾਲ ਸਾਇੰਟੀਫਿਕ ਸਟੱਡੀ ਜਿਹੜੀ ਹੈਗੀ ਹੈ, ਸੋਸ਼ਲ ਰਿਸਰਚ ਕਰਨੀ ਚਾਹੀਦੀ ਹੈ। ਸਮਾਜਿਕ ਪ੍ਰਗਤੀ ਲਈ ਸਹਾਇਕ ਹੁੰਦੀਆਂ ਨੇ, ਕਿਉਂਕਿ ਸਮਾਜ ਵਿੱਚ ਪਰਿਵਰਤਨ ਤਾਂ ਹਮੇਸ਼ਾ ਹੁੰਦਾ। ਤੁਸੀਂ 4th ਸਮੈਸਟਰ 'ਚ ਵੀ ਪੜ੍ਹਿਆ ਹੈਗਾ ਕਿ ਸਮਾਜਿਕ ਪਰਿਵਰਤਨ ਜਿਹੜਾ ਹੈ ਲਗਾਤਾਰ ਹੁੰਦਾ ਰਹਿੰਦਾ ਹੈਗਾ। ਸਮਾਜ ਦੀ ਪ੍ਰਗਤੀ ਤਾਂ ਹੀ ਹੁੰਦੀ ਹੈ, ਤਰੱਕੀ ਤਾਂ ਹੀ ਹੁੰਦੀ ਹੈ ਜੇ ਪਰਿਵਰਤਨ ਆਏਗਾ। ਤਾਂ ਪਰਿਵਰਤਨ ਕੌਣ ਲੈ ਕੇ ਆਉਂਦਾ, ਜਦੋਂ ਅਸੀਂ ਸਮਾਜਿਕ ਖੋਜ ਕਰਦੇ ਹਾਂ। ਠੀਕ ਹੈ, ਖੋਜਾਂ ਦੇ ਨਾਲ ਹੀ ਜਿਹੜਾ ਹੈ ਗਿਆਨ ਪ੍ਰਾਪਤ ਹੁੰਦਾ ਅਤੇ ਨਵੇਂ-ਨਵੇਂ ਚੇਂਜਿਸ ਆਉਂਦੇ ਨੇ। ਸਮਾਜਿਕ ਨਿਯੰਤਰਣ ਵਿੱਚ ਮਦਦ ਕਰਨਾ। ਹੁਣ ਸਮਾਜ ਦੇ ਵਿੱਚ ਸਭ ਦੇ ਜਿਹੜੇ ਨੇ ਆਪਾਂ ਕਹਿ ਸਕਦੇ ਹਾਂ ਬਿਹੇਵੀਅਰ, ਫੀਲਿੰਗਸ, ਇਮੋਸ਼ਨਸ, ਡਿਜ਼ਾਇਰਸ, ਏਮਸ, ਮੋਟਿਵ ਸਭ ਕੁਝ ਡਿਫਰੈਂਸ ਹੈ, ਕਿਉਂਕਿ ਸੁਸਾਇਟੀ ਜਿਹੜੀ ਹੈ ਅਨਲਿਮਿਟਿਡ ਹੈ। ਜਿੱਥੇ ਦੇਖੋ ਝਾਤ ਮਾਰੋ ਤੁਸੀਂ, ਸੁਸਾਇਟੀ ਹੈ। ਤਾਂ ਇੰਨਿਆਂ ਨੂੰ ਕੰਟਰੋਲ ਕਰਨਾ ਜਿਹੜਾ ਹੈ ਉਹ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਕਰਕੇ ਸਮਾਜਿਕ ਖੋਜ ਮਦਦ ਕਰਦੀ, ਕਿਉਂਕਿ ਮੈਜੋਰਟੀ ਆਫ ਦਾ ਪੀਪਲ ਕੀ ਚਾਹੁੰਦੇ ਆ, ਉਹੀ ਥਿਊਰੀਆਂ ਜਿਹੜੀਆਂ ਨੇ ਸਮਾਜ ਵਿੱਚ ਲਾਗੂ ਕਰ ਦਿੱਤੀਆਂ ਜਾਂਦੀਆਂ। ਤਾਂ ਸਮਾਜ ਗਤੀਸ਼ੀਲ ਹੈਗਾ, ਇਸ ਗਤੀਸ਼ੀਲਤਾ ਦੇ ਕਰਕੇ ਸਮਾਜ ਵਿੱਚ ਨਿਯੰਤਰਣ ਦੀ ਘਾਟ ਹੋ ਜਾਂਦੀ ਹੈ, ਕਿਉਂਕਿ ਸਮਾਜ ਵਿੱਚ ਇੱਕ ਤਾਂ ਮਨੁੱਖ ਜ਼ਿਆਦਾ ਨੇ, ਇੱਕ ਜਿਹੜਾ ਹੈਗਾ ਇਹਦੇ ਵਿੱਚ ਗਤੀਸ਼ੀਲਤਾ ਜ਼ਿਆਦਾ ਹੈ। ਕਈ ਵਾਰ ਕੀ ਹੁੰਦਾ ਹੈਗਾ, ਇਹਦੇ ਨਾਲ ਸਾਨੂੰ ਪਰਿਵਰਤਨਾਂ ਦੇ ਨਤੀਜਿਆਂ ਦਾ ਗਿਆਨ ਵੀ ਨਹੀਂ ਸਾਨੂੰ ਹੁੰਦਾ। ਇਸ ਕਰਕੇ ਜਿਹੜਾ ਹੈ ਉਹ ਚੀਜ਼, ਹੁਣ ਦੇਖੋ ਸਮਾਜਿਕ ਖੋਜਾਂ ਆਪਣੇ ਵਰਗੇ ਹੀ ਲੋਕ ਕਰਦੇ ਨੇ, ਉਹ ਸਾਰੀਆਂ ਥਿਊਰੀਆਂ ਬਣ ਜਾਂਦੀਆਂ ਨੇ। ਹੁਣ ਜੇ ਆਪਾਂ ਗੱਲ ਕਰੀਏ ਕਿ
ਸਮਾਜਿਕ ਖੋਜ ਦੇ ਵਿੱਚ ਅਸੀਂ ਪਰਿਵਰਤਨ ਦੇ ਨਤੀਜੇ ਜਾਣ ਸਕਦੇ ਹਾਂ ਕਿ ਪਰਿਵਰਤਨ ਅਗਰ ਹੋਏਗਾ ਤਾਂ ਹੁਣ ਥੋੜ੍ਹੇ ਜਿਹੇ ਸੈਂਪਲ ਨੂੰ ਚੱਕ ਕੇ ਆਪਾਂ ਇਹ ਸੋਚ ਲੈਂਦੇ ਕਿ ਇੰਨੇ ਸਾਰੇ ਲੋਕ ਕੈਨੇਡਾ 'ਚ ਮਾਈਗ੍ਰੇਟ ਹੋ ਰਹੇ ਨੇ, ਤਾਂ ਅਸੀਂ ਇਹਦੇ ਪਿੱਛੇ ਰਿਸਰਚ ਕੀਤੀ ਕਿ ਹੋ ਸਕਦਾ ਹੈ ਇੱਥੇ ਕਾਰਨ ਜੋਬਲੈਸਨੈਸ ਹੋਵੇ, ਹੈ ਨਾ, ਗਰੀਬੀ ਹੋਵੇ, ਤਾਂ ਕਰਕੇ ਹੋ ਸਕਦਾ ਹੈਗਾ ਕਿ ਉੱਥੋਂ ਦੀ ਲਾਈਫ ਜਿਹੜੀ ਹੈਗੀ ਇਫੈਕਟ ਕਰਦੀ ਹੋਵੇ ਆਪਣੇ ਪੰਜਾਬੀਆਂ ਨੂੰ, ਤਾਂ ਕੋਈ ਵੀ ਜਿਹੜਾ ਹੈਗਾ ਇਸ ਦਾ ਆਨਸਰ ਆ ਸਕਦਾ ਹੈ। ਤਾਂ ਇਹ ਸੋਸ਼ਲ ਰਿਸਰਚ ਜਿਹੜੇ ਹੁੰਦੇ ਨੇ ਇੱਦਾਂ ਕੀਤੀ ਜਾਂਦੀ ਹੈ। ਸਮਾਜਿਕ ਯੋਜਨਾ ਦੇ ਨਿਰਮਾਣ 'ਚ ਅਗਰ ਕੋਈ ਵੀ ਸਰਕਾਰ ਨੀਤੀਆਂ ਦਾ ਨਿਰਮਾਣ ਕਰਦੀ ਹੈ ਤਾਂ ਉਹ ਸਮਾਜਿਕ ਖੋਜਾਂ ਕਰਵਾਉਂਦੀ ਹੈਗੀ ਹੈ ਕਿ ਕੀ ਜਿਹੜਾ ਹੈ ਥੋੜ੍ਹੇ ਜਿਹੇ ਏਰੀਆ ਦੇ ਉੱਤੇ ਉਹ ਚੀਜ਼ ਲਾਗੂ ਕੀਤੀ ਜਾਂਦੀ ਹੈ। ਅਗਰ ਉਹਦਾ ਯੈਸ ਦੇ ਵਿੱਚ ਆਨਸਰ ਆਉਂਦਾ, ਪੋਜ਼ੀਟਿਵ ਰਿਸਪੌਂਸ ਆਉਂਦਾ, ਤਾਂ ਸਾਰੇ ਕਿਤੇ ਇਹ ਚੀਜ਼ ਲਾਗੂ ਕਰ ਦਿੱਤੀ ਜਾਂਦੀ ਹੈ। ਠੀਕ ਹੈ, ਸੋ ਯੋਜਨਾਵਾਂ ਸਰਕਾਰ ਸਮਾਜਿਕ ਖੋਜਾਂ ਦੇ ਦੁਆਰਾ ਹੀ ਰਿਪੋਰਟਸ ਦੇ ਅਕੋਰਡਿੰਗ ਹੀ ਕਰਦੀ ਹੈ। ਐਦਾਂ ਹੀ ਕੋਈ ਵੀ ਪਾਲਿਸੀ ਜਿਹੜੀ ਹੈਗੀ ਹੈ ਇੰਪਲੀਮੈਂਟ ਨਹੀਂ ਹੋ ਜਾਂਦੀ। ਪੁਰਾਣੇ ਵਿਚਾਰ ਅਤੇ ਵਿਵਹਾਰਾਂ 'ਚ ਸੁਧਾਰ ਕੀਤਾ ਜਾਂਦਾ ਹੈ। ਹਾਂਜੀ, ਓਬਵੀਅਸਲੀ, ਕਿਉਂਕਿ ਸਮਾਜਿਕ ਖੋਜ ਦੇ ਨਾਲ ਕੀ ਹੁੰਦਾ, ਜਿਹੜੇ ਵੀ ਪੁਰਾਣੇ ਵਿਚਾਰਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਉਹਦਾ ਦੇ ਵਿੱਚ ਸੁਧਾਰ ਕਰਕੇ ਨਵੇਂ ਮੋਡੀਫਿਕੇਸ਼ਨ ਦੇ ਨਾਲ ਵਿਚਾਰ ਪੇਸ਼ ਕੀਤੇ ਜਾਂਦੇ ਨੇ। ਰੂੜੀਵਾਦ ਦੀ ਇਹਦੇ ਵਿੱਚ ਕੋਈ ਜਗ੍ਹਾ ਨਹੀਂ ਹੁੰਦੀ, ਅਸਪਸ਼ਟ ਧਾਰਨਾ ਦੀ ਕੋਈ ਜਗ੍ਹਾ ਨਹੀਂ ਹੁੰਦੀ, ਕਿਉਂਕਿ ਸਮਾਜਿਕ ਖੋਜ ਤਾਂ ਹੀ ਕੀਤੀ ਜਾਂਦੀ ਹੈ ਤਾਂ ਕਿ ਸਮਾਜ ਦਾ ਭਲਾ ਹੋਵੇ, ਸਮਾਜ ਦਾ ਕਲਿਆਣ ਹੋਵੇ। ਸਰਕਾਰ ਵੀ ਜਿਹੜੀ ਹੈਗੀ ਹੈ ਨੀਤੀਆਂ ਨੂੰ ਇੰਪਲੀਮੈਂਟ ਕਰਦੀ ਹੈ ਸਮਾਜਿਕ ਖੋਜਾਂ ਦੇ ਥਰੂ ਕਿ ਅਗਰ ਤਾਂ ਕੋਈ ਚੀਜ਼ ਅੱਛੀ ਹੈਗੀ ਹੈ ਤਾਂ ਉਹ ਇੰਪਲੀਮੈਂਟ ਹੋਏਗੀ। ਤੇ ਹੁਣ ਆਪਾਂ ਕਰਾਂਗੇ ਸਟੈਪਸ। ਸਮਾਜਿਕ ਖੋਜ ਦੇ ਕਿਹੜੇ ਕਿਹੜੇ ਸਟੈਪਸ ਹੁੰਦੇ ਨੇ, ਕਿੱਦਾਂ ਕਿੱਦਾਂ ਇਹ ਕੀਤੀ ਜਾਣੀ ਚਾਹੀਦੀ ਹੈ, ਫਰਸਟ ਕੀ ਹੈ, ਸੈਕਿੰਡ ਕੀ ਹੈ, ਥਰਡ ਕੀ ਹੈ, ਤਾਂ ਇਹਦੇ ਮਹੱਤਵਪੂਰਨ ਕਦਮ ਪੜਾਅ ਜਿਹੜੇ ਨੇ ਉਹ ਕੀ ਨੇ। ਕਿਉਂਕਿ ਸਮਾਜਿਕ ਖੋਜ ਜਿਹੜੀ ਹੈਗੀ ਹੈ ਸਟੈਪ ਬਾਏ ਸਟੈਪ ਕੀਤੀ ਜਾਂਦੀ ਹੈ। ਇਸ ਦੇ ਕੋਈ ਦੇਖੋ ਸਭ ਦੇ ਅਲੱਗ ਅਲੱਗ ਹੈ, ਕੋਈ 7 ਸਟੈਪ ਦੱਸਦਾ, ਕੋਈ 8 ਦੱਸਦਾ, ਲੇਕਿਨ ਜਿਹੜਾ ਹੈ ਅਮਰੀਕਾ ਦੇ ਵਿੱਚ 7 ਪੜਾਅ ਦੇ ਦੱਸੇ ਜਾਂਦੇ ਨੇ। ਤੇ ਹੁਣ ਜਿਹੜੇ ਹੈ ਜ਼ਿਆਦਾਤਰ ਲੋਕ ਇਹਦੇ 7 ਪੜਾਅ ਮੰਨਦੇ ਨੇ, ਕੋਈ 8 ਮੰਨਦਾ ਸੀ, ਕੋਈ 9 ਮੰਨਦਾ ਸੀ, ਲੇਕਿਨ ਹੁਣ ਜਿਹੜਾ ਹੈ ਇਹਦੀ ਗਿਣਤੀ ਸਿਰਫ ਔਰ ਸਿਰਫ 7 ਹੈ। 7 ਸਟੈਪਸ ਦੇ ਥਰੂ ਆਪਾਂ ਸਮਾਜਿਕ ਜਿਹੜੀ ਖੋਜ ਹੈਗੀ ਹੈ ਕਰ ਸਕਦੇ ਹਾਂ। ਤਾਂ ਪਹਿਲਾ ਸਟੈਪ ਕਿਹੜਾ ਹੈਗਾ, ਸਮੱਸਿਆ ਨੂੰ ਲੱਭਣਾ, ਉਹਦੀ ਚੋਣ ਕਰਨਾ। ਦੇਖੋ ਇਹ ਪੇਪਰ 'ਚ ਕੁਐਸਚਨ ਹਮੇਸ਼ਾ ਆਉਂਦਾ ਹੁੰਦਾ ਹੈ ਕਿ ਸਮਾਜਿਕ ਖੋਜ ਦੀਆਂ ਕਦਮਾਂ ਦੇ ਬਾਰੇ ਪੜਾਵਾਂ ਦੀ ਜਾਣਕਾਰੀ ਦਿਓ, ਤਾਂ ਇਹ ਕੁਐਸਚਨ ਫਸਟ ਆਉਂਦਾ ਹੀ ਆਉਂਦਾ ਹੈਗਾ। ਸ਼ਾਰਟ ਦੇ ਵਿੱਚ ਵੀ ਆ ਸਕਦਾ ਹੈਗਾ ਕਿ ਕਿਹੜੇ ਕਿਹੜੇ ਨੇ, ਤਾਂ ਆਪਾਂ 7 ਦੇ ਨਾਮ ਲਿਖੇ ਆਵਾਂਗੇ, ਇਹਨੂੰ ਇਲੈਬੋਰੇਟ ਨਹੀਂ ਕਰਨਾ। ਅਗਰ ਲੌਂਗ 'ਚ ਆ ਜਾਏ ਫਿਰ ਆਪਾਂ ਨੇ 3.5-4 ਪੇਜਿਸ ਦਾ ਲਿਖ ਕੇ ਆਉਣਾ, ਲੇਕਿਨ ਐਂ ਨਹੀਂ ਸਟਾਰਟ ਕਰ ਦੇਣਾ। ਅਗਰ ਉਹਨਾਂ ਨੇ ਪੁੱਛਿਆ ਰਾਈਟ ਸਟੈਪਸ ਆਫ ਸੋਸ਼ਲ ਰਿਸਰਚ, ਤਾਂ ਤੁਸੀਂ ਕਿਤੇ ਜਾ ਕੇ ਸਿਰਫ ਇਹੀ ਲਿਖ ਦਿਓ, ਨਹੀਂ, ਉਸ ਤੋਂ ਪਹਿਲਾਂ ਆਪਾਂ ਨੇ ਮੀਨਿੰਗ ਲਿਖਣਾ ਹੈਗਾ ਤੇ 4-5 ਉਹਦੇ ਕਰੈਕਟਰਿਸਟਿਕਸ ਵੀ ਲਿਖ ਦੇਣੇ ਨੇ ਤੇ ਫਿਰ ਆਪਾਂ ਸਟੈਪਸ ਲਿਖਣੇ ਨੇ। ਠੀਕ ਹੈ, 4-4.5 ਆਪਾਂ ਪੇਜਿਸ ਭਰ ਕੇ ਆਣੇ। ਤਾਂ ਸਭ ਤੋਂ ਪਹਿਲਾ ਜਿਹੜਾ ਸਟੈਪ ਹੈ ਸਮੱਸਿਆ ਨੂੰ ਲੱਭਣਾ ਤੇ ਉਹਦੀ ਚੋਣ ਕਰਨਾ। ਹੁਣ ਦੇਖੋ ਅਗਰ ਆਪਾਂ ਕੋਈ ਸਮਾਜਿਕ ਖੋਜ ਸਟਾਰਟ ਕਰਨੀ ਹੈ, ਸਭ ਤੋਂ ਪਹਿਲਾਂ ਉਹਨੂੰ ਚੁਣਾਂਗੇ ਨਾ ਕਿ ਕਿਹੜੀ ਸਮਾਜਿਕ ਖੋਜ ਲਈ ਹੈ। ਲਾਈਕ ਆਪਾਂ ਡੋਮੈਸਟਿਕ ਵਾਇਲੈਂਸ ਦਾ ਦੇਖਣਾ ਚਾਹੁੰਦੇ ਹਾਂ ਕਿ ਕਿੰਨਾ ਕੁ ਡੋਮੈਸਟਿਕ ਵਾਇਲੈਂਸ ਹੈਗਾ ਪੰਜਾਬ ਦੇ ਅੰਦਰ, ਤਾਂ ਪੰਜਾਬ ਦੀ ਇੰਨੀ ਸਾਰੀ ਸਟੱਡੀ ਸੰਭਵ ਨਹੀਂ ਹੈਗੀ ਹੈ, ਪੂਰੇ ਇੰਡੀਆ ਦੀ ਸਟੱਡੀ ਸੰਭਵ ਨਹੀਂ ਹੈ। ਤਾਂ ਆਪਾਂ ਕੀ ਕਰਦੇ ਹਾਂ, ਥੋੜ੍ਹਾ ਜਿਹਾ ਜਿਹੜਾ ਹੈਗਾ ਸਪੈਸੀਫਿਕਲੀ ਏਰੀਆ ਚੱਕ ਲੈਂਦੇ ਹਾਂ। ਤਾਂ ਆਪਾਂ ਕੀ ਕਰਦੇ ਹਾਂ, ਸਮੱਸਿਆ ਦੀ ਚੋਣ ਕਰਦੇ ਹਾਂ ਕਿ ਕਿਹੜੀ ਸਮੱਸਿਆ ਲੈਣੀ ਹੈ। ਡੋਮੈਸਟਿਕ ਵਾਇਲੈਂਸ ਲੈਣੀ ਹੈ, ਕਿੱਥੇ ਲੈਣੀ ਹੈ, ਪਟਿਆਲਾ ਏਰੀਆ ਦੇ ਵਿੱਚ ਲੈਣੀ ਹੈ, ਕਿਹੜੇ ਏਰੀਆ ਦੇ ਵਿੱਚ ਲੈਣਾ ਹੈਗਾ, ਬਹਾਦਰਗੜ੍ਹ ਏਰੀਆ 'ਚ ਲੈਣਾ ਹੈਗਾ ਜਾਂ ਭੁੰਨਰਹੇੜੀ ਏਰੀਆ ਦੇ ਵਿੱਚ ਲੈਣਾ, ਕਿੱਥੇ ਲੈਣਾ। ਤਾਂ ਸਭ ਤੋਂ ਪਹਿਲਾਂ ਸਮੱਸਿਆ ਨੂੰ ਲੱਭਿਆ ਜਾਂਦਾ ਕਿ ਸਮੱਸਿਆ ਆ ਕਿਹੜੀ ਰਹੀ ਹੈ। ਲਾਈਕ ਮੈਨੂੰ ਹੋ ਸਕਦਾ ਕਿ ਡੋਮੈਸਟਿਕ ਵਾਇਲੈਂਸ ਵਾਲਿਆਂ ਦਾ ਥੋੜ੍ਹਾ ਇੰਟਰਸਟ ਮੇਰਾ ਜ਼ਿਆਦਾ ਹੋਵੇ, ਹੈ ਨਾ। ਅਤੇ ਸਭ ਤੋਂ ਪਹਿਲਾਂ ਸਮਾਜਿਕ ਖੋਜ ਦਾ ਸਭ ਤੋਂ ਮਹੱਤਵਪੂਰਨ ਪਹਿਲਾ ਕਦਮ ਹੈ ਕਿ ਸਮੱਸਿਆ ਲੱਭਣਾ, ਉਹਦੀ ਚੋਣ ਕਰਨੀ। ਇਹ ਨਿਸ਼ਚਿਤ ਕਰਨਾ ਕਿ ਕਿਹੜੇ ਵਿਸ਼ੇ 'ਤੇ ਖੋਜ ਕਰਨੀ ਹੈ। ਠੀਕ ਹੈ, ਕਿਹੜਾ ਵਿਸ਼ਾ ਚੁਣਨਾ ਹੈ, ਕਿੱਥੇ ਕਰਨੀ ਹੈ, ਕਿਉਂਕਿ ਸਮੱਸਿਆਵਾਂ ਤਾਂ ਬਹੁਤ ਜ਼ਰੂਰੀ ਨੇ, ਸਾਰੀਆਂ ਦੇ ਉੱਤੇ ਤਾਂ ਨਹੀਂ ਆਪਾਂ ਖੋਜ ਕਰ ਸਕਦੇ। ਸੋ ਇਹ ਵੀ ਹੋ ਸਕਦਾ ਹੈ ਕਿ ਉਸ ਵਿਸ਼ੇ 'ਤੇ ਪਹਿਲਾਂ ਹੀ ਖੋਜ ਹੋ ਚੁੱਕੀ ਹੋਵੇ ਜਾਂ ਨਾ ਹੀ ਹੋਵੇ। ਤਾਂ ਇਸ ਕਰਕੇ ਜਿਹੜਾ ਹੈਗਾ, ਜੇ ਇਸ ਤਰ੍ਹਾਂ ਹੈ ਤਾਂ ਤੁਹਾਡੀ ਖੋਜ ਵਿਅਰਥ ਹੀ ਹੋਵੇਗੀ, ਕਿਉਂਕਿ ਰਿਜ਼ਲਟ ਤਾਂ ਪਹਿਲਾਂ ਨਿਕਲ ਚੁੱਕੇ ਨੇ। ਤਾਂ ਇਸ ਕਰਕੇ ਜਿਹੜਾ ਹੈ ਸਾਨੂੰ ਉਹ ਸਮੱਸਿਆ ਲੱਭਣੀ ਚਾਹੀਦੀ ਹੈ ਜਿਹਦੇ ਵਿੱਚ ਕੰਮ ਥੋੜ੍ਹਾ ਕਿਸੇ ਨੇ ਘੱਟ ਕੀਤਾ ਹੋਇਆ ਹੋਵੇ, ਅਤੇ ਸਾਨੂੰ ਹਮੇਸ਼ਾ ਕਿਸੇ ਨਵੇਂ ਵਿਸ਼ੇ ਦੇ ਉੱਤੇ ਜਿਹੜੀ ਹੈਗੀ ਹੈ ਖੋਜ ਕਰਨੀ ਚਾਹੀਦੀ ਹੈ ਨਾ। ਅਤੇ ਬੜੀ ਸਾਵਧਾਨੀ ਦੇ ਨਾਲ ਸਾਨੂੰ ਵਿਸ਼ਾ ਚੁਣਨਾ ਚਾਹੀਦਾ ਹੈ ਜਿਸ ਦਾ ਸਮਾਜ ਨੂੰ ਲਾਭ ਹੋਵੇ, ਉਹ ਵਿਸ਼ਾ, ਮਤਲਬ ਜਿਸ ਦੇ ਰਾਹੀਂ ਕਾਫੀ ਸਾਰੇ ਜਣਿਆਂ ਨੂੰ ਜਿਹੜਾ ਹੈਗਾ
ਲਾਭ ਮਿਲੇ। ਲਾਈਕ ਜਿਵੇਂ ਮੈਂ ਐਮਫਿਲ ਕੀਤੀ ਹੈ ਅਤੇ ਮੈਂ ਆਪਣੀ ਸੁਸਾਇਟੀ ਦੇ ਵਿੱਚ ਜਿਹੜੀਆਂ ਸੀਨੀਅਰ ਸੈਕੰਡਰੀ ਸਕੀਮ ਸੀਗੀਆਂ ਗੌਰਮੈਂਟ ਇੰਪਲੀਮੈਂਟ ਕੀਤੀਆਂ ਹੋਈਆਂ ਸਰਕਾਰੀ ਸਕੂਲਾਂ ਦੇ ਵਿੱਚ, ਪਿੰਡਾਂ 'ਚ ਕਿੰਨਿਆਂ ਨੂੰ ਮਿਲ ਰਹੀਆਂ ਨੇ ਅਤੇ ਜਿਹੜੇ ਸ਼ਹਿਰਾਂ 'ਚ ਉਹਨਾਂ ਕਿੰਨਿਆਂ ਨੂੰ ਮਿਲ ਰਹੀਆਂ। ਤਾਂ ਪਿੰਡਾਂ ਵਿੱਚ ਦੇਖਿਆ, ਕਿਉਂਕਿ ਇਹ ਬਿਲਕੁਲ ਟੌਪਿਕ ਨਵਾਂ ਸੀ, ਤਾਂ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਬੱਚੇ ਨੂੰ ਇਹ ਸਕੀਮਸ ਮਿਲ ਰਹੀਆਂ, ਕਿਉਂਕਿ ਉਹਨਾਂ ਨੂੰ ਨੌਲੇਜ ਨਹੀਂ ਸੀ ਅਤੇ ਪਿੰਡਾਂ ਦੇ ਸਕੂਲ ਥੋੜ੍ਹੇ ਘੱਟ ਡਿਵੈਲਪਡ ਸੀ। ਅਤੇ ਸ਼ਹਿਰਾਂ ਦੇ ਸਕੂਲ ਜਿਵੇਂ ਲਾਈਕ ਮੈਂ ਦੇਖਿਆ ਕਿ ਸ਼ਹਿਰਾਂ ਦੇ ਸਕੂਲ ਸਰਕਾਰੀ ਸਕੂਲ ਕਾਫੀ ਡਿਵੈਲਪਡ ਸੀ, ਕਾਫੀ ਸਾਰੇ ਪੇਰੈਂਟਸ ਨੂੰ ਵੀ ਪਤਾ ਸੀ ਇਹ ਸਕੀਮਸ ਹੁੰਦੀਆਂ ਨੇ। ਸੋ ਐਵੇਂ ਦੀਆਂ ਸਕੀਮਸ ਜਿਹੜੀਆਂ ਨੇ ਐਵੇਂ ਦੀਆਂ ਸਮਾਜਿਕ ਖੋਜਾਂ ਜਿਹੜੀਆਂ ਹੈਗੀਆਂ ਆਪਾਂ ਨੂੰ ਚੁਣਨੀਆਂ ਚਾਹੀਦੀਆਂ ਬੜੀ ਸੋਚ ਸਮਝ ਕੇ। ਹਾਂਜੀ, ਹੁਣ ਸਮੱਸਿਆ ਚੁਣ ਲਈ ਆਪਾਂ ਨੇ, ਸਮੱਸਿਆ ਆਪਾਂ ਨੇ ਦੇਖ ਲਈ ਕਿ ਕਿਹੜੀ ਸਮੱਸਿਆ ਚੁਣਨੀ ਹੈ ਆਪਾਂ ਨੇ। ਫਿਰ ਆਪਾਂ ਨੇ ਕੀ ਕਰਨਾ ਹੈ, ਸਟੇਟਮੈਂਟ ਆਫ ਦਾ ਪ੍ਰੋਬਲਮ ਕੀ ਕਰਨੀ ਹੈ, ਅਸੀਂ ਲਿਖਣੀ ਹੈ, ਸਮੱਸਿਆ ਦਾ ਲਿਖਣਾ। ਅਤੇ ਜਿਹੜੀ ਜਿਹੜੀ ਸਮੱਸਿਆ ਹੈਗੀ ਆ ਉਸਨੂੰ ਅਸੀਂ ਕਰਮਬੱਧ ਤਰੀਕੇ ਦੇ ਨਾਲ ਲਿਖਣਾ ਕਿ ਖੋਜ ਕਰਨ ਵਾਲੀ ਸਮੱਸਿਆ, ਕਿ ਕਿਹੜੇ ਕਿਹੜੇ ਕੁਐਸਚਨ ਨੇ, ਸਾਡਾ ਵਿਸ਼ਾ ਕੀ ਆ ਅਸੀਂ ਲਿਖਿਆ। ਉਸ ਤੋਂ ਬਾਅਦ ਅਸੀਂ ਉਹਦੇ ਮਹੱਤਵਪੂਰਨ ਜਿਹੜੇ, ਇਹਨੂੰ ਸਾਰਿਆਂ ਨੂੰ ਤੁਸੀਂ ਪੈਰੇ 'ਚ ਵੀ ਲਿਖ ਸਕਦੇ ਹੋ ਕਿ ਪਹਿਲਾਂ ਅਸੀਂ ਖੋਜ ਕਰਨ ਵਾਲੀ ਸਮੱਸਿਆ ਲਿਖੀ ਕਿ ਕਿਹੜੀ ਖੋਜ ਦਾ ਵਿਸ਼ਾ ਹੈ ਕੀ, ਫਿਰ ਉਹਦੇ ਮਹੱਤਵਪੂਰਨ ਕੁਐਸਚਨ ਕਿਹੜੇ ਕਿਹੜੇ ਕੁਐਸਚਨ ਅਸੀਂ ਪੁੱਛਣੇ ਨੇ ਜਦੋਂ ਅਸੀਂ ਸਮਾਜਿਕ ਖੋਜ 'ਤੇ ਜਾਵਾਂਗੇ। ਫਿਰ ਹੈਗਾ ਕਿ ਸਾਨੂੰ ਜਿਹੜਾ ਹੈ ਅਸੀਂ ਖੋਜ ਲਿਖ ਰਹੇ, ਸਾਨੂੰ ਕਿਹੜਾ ਫਾਇਦਾ ਹੋਏਗਾ, ਕੀ ਕੀ ਅਸੀਂ ਲਿਖਣਾ ਹੈਗਾ, ਤਾਂ ਉਹ ਵੀ ਜਿਹੜਾ ਹੈਗਾ ਕੀ ਕੀ ਅਸੀਂ ਪੁੱਛਣਾ, ਕੀ ਕੀ ਅਸੀਂ ਨਹੀਂ ਪੁੱਛਣਾ ਹੈਗਾ। ਫਿਰ ਉਸ ਤੋਂ ਬਾਅਦ 'ਚ ਥਰਡ ਵਾਲਾ ਜਿਹੜਾ ਸਟੈਪ ਹੈਗਾ ਉਹ ਹੈਗਾ, ਦੇਖੋ ਫਸਟ ਵਾਲਾ ਸੀ ਸਮੱਸਿਆ ਜਿਹੜੀ ਹੈਗੀ ਹੈ ਸਮੱਸਿਆ ਦੀ ਚੋਣ ਕਰਨੀ, ਸੈਕਿੰਡ ਸੀ ਸਮੱਸਿਆ ਲਿਖਣੀ ਹੈ, ਥਰਡ ਕੀ ਸੀਗਾ, ਸਾਹਿਤ ਦੀ ਪੜਚੋਲ। ਹੁਣ ਦੇਖੋ ਆਪਾਂ ਪ੍ਰੋਬਲਮ ਚੱਕ ਲਈ, ਠੀਕ ਹੈ, ਪ੍ਰੋਬਲਮ ਤੋਂ ਬਾਅਦ 'ਚ ਅਸੀਂ ਉਸਨੂੰ ਲਿਖ ਲਿਆ। ਥਰਡ ਦੇ ਵਿੱਚ ਕੀ ਹੈ, ਸਾਹਿਤ ਦੀ ਪੜਚੋਲ ਕਰਨੀ ਹੈ। ਇਹ ਵੀ ਇੱਕ ਮਹੱਤਵਪੂਰਨ ਸਟੈਪ ਹੈਗਾ। ਇਹਦੇ ਵਿੱਚ ਅਸੀਂ ਕੀ ਕਰਦੇ ਹੈਗੇ ਹਾਂ ਕਿ ਲਾਈਕ ਅਗਰ ਮੈਂ ਕੋਈ ਕੇਸ ਚੱਕਿਆ ਹੈਗਾ ਡੋਮੈਸਟਿਕ ਵਾਇਲੈਂਸ ਦਾ ਚੱਕਿਆ ਹੈ, ਜਾਂ ਕੋਵਿਡ-19 ਦੇ ਪੇਸ਼ੈਂਟਸ ਦੇ ਬਾਰੇ ਕੁਝ ਚੱਕਿਆ ਕਿ ਉਹਨਾਂ ਨੂੰ ਪ੍ਰੋਬਲਮ ਹੁੰਦੀ ਹੈ, ਉਹਨਾਂ ਨੂੰ ਉਹ ਤੋਂ ਬਾਅਦ 'ਚ ਵੀ ਆਕਸੀਜਨ ਦੀ ਪ੍ਰੋਬਲਮ ਆਉਂਦੀ ਹੈ, ਜਾਂ ਉਹ ਤੋਂ ਬਾਅਦ 'ਚ ਵੀ ਉਹਨਾਂ ਨੂੰ ਬਰੀਦਿੰਗ ਪ੍ਰੋਬਲਮ ਆਉਂਦੀ ਹੈਗੀ ਹੈ ਨਾ, ਇੰਜੈਕਸ਼ਨਸ ਲੈਣ ਤੋਂ ਬਾਅਦ। ਸੋ ਇੱਦਾਂ ਦੀ ਕੋਈ ਅਗਰ ਮੈਂ ਚੁਣਦੀ ਹਾਂ ਤਾਂ ਮੈਂ ਉਸ ਤੋਂ ਪਹਿਲਾਂ ਵੀ ਦੇਖਾਂਗੀ ਕਿ ਕਿਸੇ ਨੇ ਇਸ ਦੇ ਰਿਲੇਟਡ ਕੁਝ ਲਿਖਿਆ, ਕੁਝ ਡਾਟਾ ਇਕੱਠਾ ਕਰਾਂਗੀ ਹੈ ਨਾ, ਆਰਟੀਕਲ ਪੜ੍ਹਾਂਗੀ, ਕੁਝ ਮੈਗਜ਼ੀਨਸ ਪੜ੍ਹਾਂਗੀ, ਟੀਵੀ ਰਿਪੋਰਟਸ ਦੇਖਾਂਗੀ। ਸੋ ਮੈਂ ਜਿਹੜਾ ਹੈ ਰਿਵਿਊ ਆਫ ਲਿਟਰੇਚਰ ਵੀ ਪੜ੍ਹਾਂਗੀ, ਜਾਣਕਾਰੀ ਹਾਸਲ ਕਰਾਂਗੀ, ਲੋਕਾਂ ਤੋਂ ਹੋਰਾਂ ਤੋਂ ਵੀ ਪੁੱਛਾਂਗੀ ਕਿ ਤੁਸੀਂ ਅਗਰ ਇਸ ਸਮੱਸਿਆ ਦੇ ਬਾਰੇ ਦੇਖਿਆ ਤੁਸੀਂ ਕੀ ਸਮਝਿਆ। ਸੋ ਇਹ ਹੈਗਾ ਕਿ ਅਸੀਂ ਜਿਹੜਾ ਹੈ ਪੁਰਾਣੀ ਜਾਣਕਾਰੀ ਵੀ ਥੋੜ੍ਹੀ ਬਹੁਤੀ ਲਿੱਤੀ, ਤਾਂ ਕਰਕੇ ਸਾਨੂੰ ਬਹੁਤ ਹੀ ਜ਼ਿਆਦਾ ਜਿਹੜੀ ਹੈਗੀ ਹੈ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ, ਜਿਹੜੀ ਅਸੀਂ ਖੋਜ ਕਰਾਂਗੇ ਉਹਦੇ ਵਿੱਚ ਇਹ ਕੰਮ ਆਏਗੀ। ਸਾਹਿਤ ਦਾ ਪੜਚੋਲ ਮਤਲਬ ਅਸੀਂ ਰਿਵਿਊ ਆਫ ਲਿਟਰੇਚਰ ਜਿਹੜਾ ਹੈਗਾ ਉਹ ਇਕੱਠਾ ਕਰਦੇ ਹਾਂ। ਇਸ ਨਾਲ ਕੀ ਹੁੰਦਾ ਹੈ ਵੀ ਜਿਹੜਾ ਕੰਮ ਹੋ ਚੁੱਕਿਆ ਉਹ ਸਾਨੂੰ ਦੁਬਾਰਾ ਕਰਨਾ ਨਹੀਂ ਪਏਗਾ, ਸਾਨੂੰ ਉਸਦੇ ਬਾਰੇ ਪਤਾ ਲੱਗ ਜਾਏਗਾ ਕਿ ਕਿਹੜੇ ਵਿਸ਼ੇ ਦੇ ਵਿੱਚ ਖੋਜ ਹੋ ਚੁੱਕੀ ਹੈ, ਅਸੀਂ ਉਸ ਲਿਮਿਟ ਦੇ ਵਿੱਚ ਨਹੀਂ ਜਾਵਾਂਗੇ। ਉਸ ਤੋਂ ਬਾਅਦ 'ਚ ਖੋਜ ਕਰਨੀ ਕਿੱਥੇ ਹੈ, ਖੋਜ ਦੀ ਥਾਂ ਕਿਹੜੀ ਹੈ, ਯੂਨੀਵਰਸ ਆਫ ਦਾ ਸਟੱਡੀ, ਸੈਂਪਲ ਕਿੱਥੋਂ ਜਿਹੜਾ ਹੈਗਾ ਅਸੀਂ ਲੈਣਾ ਹੈ, ਸੈਂਪਲ ਦੀ ਚੋਣ ਪੰਜਵਾਂ ਸਟੈਪ ਹੈ। ਤਾਂ ਖੋਜ ਦੀ ਥਾਂ ਕਿੱਥੇ ਖੋਜ ਕਰਨੀ ਹੈ, ਕਿਹੜੀ ਜਗ੍ਹਾ, ਕਿਹੜੇ ਪਿੰਡ, ਕਿਹੜੇ ਸ਼ਹਿਰ, ਕਿਹੜੇ ਮਹਾਨਗਰ 'ਚ, ਕਿਹੜੇ ਏਰੀਆ ਦੇ ਵਿੱਚ ਜਿਹੜਾ ਹੈਗਾ ਅਸੀਂ ਖੋਜ ਕਰਨੀ ਹੈ। ਖੋਜ ਦੀ ਥਾਂ ਜਿਹੜੀ ਹੁੰਦੀ ਹੈ ਚੋਣ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਫਿਰ ਹੈ ਸੈਂਪਲ ਦੀ ਚੋਣ, ਸੈਂਪਲ ਜਿੱਥਾ ਹੈ ਕਿਹੜੇ ਏਰੀਆ ਦੇ ਵਿੱਚ ਆਪਾਂ ਨੇ ਲੈਣਾ। ਹੁਣ ਆਪਾਂ ਨੇ ਥਾਂ ਦੇਖ ਲਈ ਵੀ ਇਹ ਥਾਂ ਲੈਣੀ ਹੈ, ਸੈਂਪਲ ਦੀ ਚੋਣ ਕਿਹੜੇ ਕਿਹੜੇ, ਹੁਣ ਲਾਈਕ ਮੈਂ ਮੇਲਸ ਹੀ ਲੈਣੀਆਂ ਨੇ, ਜਾਂ ਮੇਲਸ ਹੀ ਲੈਣੇ ਨੇ, ਜਾਂ ਫਿਰ ਮੈਂ ਫੀਮੇਲਸ ਹੀ ਲੈਣੀਆਂ ਨੇ, ਜਾਂ ਮੈਂ 40+ ਵਾਲੇ ਹੀ ਲੈਣੇ ਨੇ, ਜਾਂ ਮੈਂ ਬਿਲੋ 40 ਲੈਣੇ ਨੇ, ਜਾਂ ਮੈਂ ਇਕੱਲੇ ਕਿਡਸ ਲੈਣੇ ਨੇ। ਸੋ ਇਹ ਜਿਹੜਾ ਸੈਂਪਲ ਦੀ ਚੋਣ ਵੀ ਕਰਨੀ ਹੈ ਕਿ ਅਸੀਂ ਸ਼ਹਿਰ ਦੇ ਵਿਅਕਤੀ ਲੈਣੇ ਨੇ, ਜਾਂ ਪਿੰਡ ਦੇ ਲੈਣੇ ਨੇ, ਜਾਂ ਅਸੀਂ ਮੇਲਸ ਲੈਣੇ ਨੇ ਕਿ ਅਸੀਂ ਫੀਮੇਲਸ ਲੈਣੇ ਹੈ। ਸੋ ਇਹ ਚੀਜ਼। ਉਸ ਤੋਂ ਬਾਅਦ 'ਚ ਅੰਕੜਿਆਂ ਦਾ ਇਕੱਠਾ ਕਰਨਾ। ਜਦੋਂ ਸੈਂਪਲ ਵਿੱਚ ਸਾਨੂੰ ਪਤਾ ਲੱਗ ਗਿਆ, ਸ਼ਾਮਿਲ ਵਿਅਕਤੀਆਂ ਦਾ ਪਤਾ ਲੱਗ ਗਿਆ, ਤਾਂ ਅਗਲਾ ਕੰਮ ਹੁੰਦਾ ਅੰਕੜੇ ਇਕੱਠੇ ਕਰਨੇ, ਡਾਟਾ ਇਕੱਠਾ ਕਰਨਾ। ਇਸ ਤੋਂ ਬਿਨਾਂ ਖੋਜ ਪੂਰੀ ਨਹੀਂ ਹੋ ਸਕਦੀ। ਅਤੇ ਇਸ ਦੇ ਵੀ ਕਾਫੀ ਸਾਰੇ ਤਰੀਕੇ ਨੇ, ਲਾਈਕ ਜਾਂ ਤਾਂ ਅਸੀਂ ਨਿਰੀਖਣ ਕਰਾਂਗੇ, ਓਬਜ਼ਰਵ ਕਰ ਲਵਾਂਗੇ, ਉਹਨਾਂ ਨੂੰ ਦੱਸਾਂਗੇ ਨਹੀਂ ਕਿ ਅਸੀਂ ਤੁਹਾਨੂੰ ਓਬਜ਼ਰਵ ਕਰ ਰਹੇ ਹਾਂ, ਹੈ ਨਾ। ਅਤੇ ਅਸੀਂ ਵਿਦਾਊਟ ਬਾਇਸਨੈਸ, ਪੱਖਪਾਤ ਰਹਿਤ ਅਸੀਂ ਜਿਹੜਾ ਹੈਗਾ ਸਮਾਜਿਕ ਖੋਜ ਕਰਾਂਗੇ। ਜਾਂ ਫਿਰ ਅਸੀਂ ਹੋ ਸਕਦਾ ਇੰਟਰਵਿਊਜ਼ ਲੈ ਲਈਏ, ਹੈ ਨਾ, ਟੈਲੀਫੋਨ 'ਤੇ ਵੀ ਆਪਾਂ ਇੰਟਰਵਿਊ ਲੈ ਸਕਦੇ ਹਾਂ, ਆਮੋ ਸਾਹਮਣੇ ਵੀ ਆਪਾਂ ਇੰਟਰਵਿਊ ਲੈ ਸਕਦੇ ਹਾਂ, 10 ਦੀ, 15 ਦੀ, 20 ਦੀ, 20 ਦੀ, ਹਜ਼ਾਰਾਂ ਦੀ, ਹੈ ਨਾ, ਜਿੰਨਿਆਂ ਦੀ ਵੀ ਸਾਨੂੰ ਸਮਾਜਿਕ ਖੋਜ ਕਰਨੀ ਹੈ। ਨਿਰੀਖਣ ਵੀ ਕਰ ਸਕਦੇ ਹਾਂ, ਓਬਜ਼ਰਵ ਕਰ ਸਕਦੇ ਹਾਂ, ਲਿਖ ਸਕਦੇ ਹਾਂ ਉਹਨਾਂ ਦੇ ਬਾਰੇ, ਇੰਟਰਵਿਊ ਲੈ ਸਕਦੇ ਹਾਂ, ਪ੍ਰਸ਼ਨਾਵਲੀ ਜਾਂ ਫਿਰ ਉਹਨਾਂ ਨੂੰ ਕੁਐਸਚਨੇਅਰ ਦੇ ਸਕਦੇ ਹਾਂ ਵੀ ਆਹ ਕੁਐਸਚਨ ਨੇ ਜੀ, ਇਹ ਤੁਸੀਂ ਭਰੋ, ਅਸੀਂ ਤੁਹਾਨੂੰ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਇਸ ਚੀਜ਼ ਦੇ ਬਾਰੇ ਕੀ ਸੋਚਦੇ ਹੋ। ਅਨੁਸੂਚੀ ਸ਼ਡਿਊਲ ਮੈਥਡ ਵੀ ਹੁੰਦਾ ਹੈਗਾ ਇੱਕ, ਹੈ ਨਾ, ਉਸ ਦੇ ਥਰੂ ਵੀ ਜਿਹੜਾ ਕੁਝ ਕੁਐਸਚਨ ਹੁੰਦੇ ਨੇ, ਕੁਝ ਇੰਟਰਵਿਊ ਟਾਈਪ ਹੁੰਦਾ। ਅਤੇ ਇੱਦਾਂ ਆਪਾਂ ਜਿਹੜੇ ਹੈਗੇ ਕਲੈਕਸ਼ਨ ਆਫ ਡਾਟਾ ਕਰ ਸਕਦੇ ਹਾਂ।
ਅਤੇ ਸਾਨੂੰ ਵੱਖ-ਵੱਖ ਜਿਹੜਾ ਹੈਗਾ ਵਿਅਕਤੀਆਂ ਤੋਂ ਜਿਹੜਾ ਹੈ ਜੋ ਵੀ ਅਸੀਂ ਰਿਸਰਚ ਕਰਨੀ ਹੈ ਸਾਨੂੰ ਉਹਨਾਂ ਦਾ ਡਾਟਾ ਜਿਹੜਾ ਹੈਗਾ ਮਿਲ ਸਕਦਾ ਹੈ। ਉਸ ਤੋਂ ਬਾਅਦ 'ਚ ਹੈ ਹੁਣ ਅੰਕੜੇ ਸਾਡੇ ਕੋਲ ਡਾਟਾ ਇਕੱਠਾ ਹੋ ਗਿਆ, ਫਿਰ ਉਸਨੂੰ ਕੀ ਕਰਨਾ ਹੈ, ਐਨਾਲਿਸਿਸ ਕਰਨਾ ਹੈ। ਮਤਲਬ ਜੋ ਡਾਟਾ ਇਕੱਠਾ ਕੀਤਾ, ਲਾਈਕ ਹੁਣ ਆਪਾਂ ਨੇ 100 ਦਾ ਡਾਟਾ ਇਕੱਠਾ ਕੀਤਾ, 100 ਵਿਅਕਤੀਆਂ ਤੋਂ ਆਪਾਂ ਨੇ ਇੰਟਰਵਿਊ ਲਈ ਜਾਂ ਫਿਰ ਕੁਐਸਚਨੀਅਰ ਉਹਨਾਂ ਨੂੰ ਦਿੱਤਾ, 100 ਦਾ ਡਾਟਾ ਇਕੱਠਾ ਹੋ ਗਿਆ। ਹੁਣ ਉਹ ਉਗੜੇ ਦੁਗੜੇ ਡਾਟੇ ਨੂੰ, ਹੁਣ ਲਾਈਕ ਕੋਈ 20 ਸਾਲ ਦਾ ਹੈ, ਕੋਈ 25 ਸਾਲ ਦਾ, ਕੋਈ 30 ਸਾਲ ਦਾ, ਤਾਂ ਹੁਣ ਆਪਾਂ ਕੀ ਹੈ, ਕੁਝ ਮੇਲਸ ਨੇ ਕੁਝ ਫੀਮੇਲਸ ਨੇ, ਆਪਾਂ ਡਾਟਾ ਇਕੱਠਾ ਕਰ ਲੈਣਾ ਕਿ 20 ਸਾਲ ਤੋਂ 25 ਸਾਲ ਵਾਲੇ ਆਹ ਡਾਟਾ ਮੇਲਸ ਦਾ, ਆਹ ਫੀਮੇਲ ਦਾ, ਤਾਂ ਇਹਨੂੰ ਕਲਾਸੀਫਿਕੇਸ਼ਨ ਜਿਹੜੀ ਹੈਗੀ ਆਪਾਂ ਨੇ ਕਰ ਦੇਣੀ। ਮੇਲਸ ਦਾ ਇੱਕ ਸਾਈਡ, ਫੀਮੇਲ ਦਾ ਇੱਕ ਸਾਈਡ, 20 ਤੋਂ 25 ਵਾਲੇ ਇੱਕ ਪਾਸੇ ਹੈ ਨਾ, ਉਹਨਾਂ ਦਾ ਡਾਟਾ ਲਿਖ ਲੈਣਾ ਵੀ ਕਿੰਨੇ ਪਰਸੈਂਟ 20 ਤੋਂ 25 ਨੇ, ਮੇਲਸ ਕਿੰਨੇ ਪਰਸੈਂਟ, ਫੀਮੇਲਸ ਕਿੰਨੇ ਪਰਸੈਂਟ। ਠੀਕ ਹੈ, ਸੋ ਇੱਦਾਂ ਆਪਾਂ ਨੇ ਕਿੰਨੇ ਰੂਰਲ, ਕਿੰਨੇ ਸ਼ਹਿਰੀ, ਕਿੰਨੇ ਪਰਸੈਂਟੇਜ ਆਪਾਂ ਨੇ ਲਿਖ ਦੇਣਾ। ਸੋ ਇਹ ਜਿਹੜਾ ਹੈਗਾ ਡਾਟਾ ਜਿੰਨਾ ਵੀ ਜੋ ਵੀ ਅਸੀਂ ਮੈਥਡ ਯੂਜ਼ ਕੀਤਾ, ਪ੍ਰਸ਼ਨਾਵਲੀ ਮੈਥਡ ਯੂਜ਼ ਕੀਤਾ, ਸ਼ਡਿਊਲ, ਅਨੁਸੂਚੀ ਮੈਥਡ, ਇੰਟਰਵਿਊ ਮੈਥਡ ਯੂਜ਼ ਕੀਤਾ, ਤਾਂ ਕੋਈ ਵੀ ਮੈਥਡ ਯੂਜ਼ ਕੀਤਾ ਉਸਦੇ ਥਰੂ ਅਸੀਂ ਡਾਟਾ ਨੂੰ ਐਨਾਲਾਈਜ਼ ਕਰਾਂਗੇ ਤਾਂ ਕਿ ਜਿਹੜਾ ਹੈ ਸਾਨੂੰ ਲਿਖਣਾ, ਰਿਪੋਰਟ ਬਣਾਉਣੀ ਉਹਦੇ ਬਾਰੇ ਸੌਖੀ ਹੋ ਜੇ। ਅਗਲਾ ਸਟੈਪ ਹੈਗਾ ਰਿਪੋਰਟ ਦਾ ਲਿਖਣਾ। ਖੋਜ ਦਾ ਸਭ ਤੋਂ ਆਖਰੀ ਕਦਮ ਕੀ ਹੈਗਾ, ਰਿਪੋਰਟ ਲਿਖਣਾ। ਜਿਹੜਾ ਵੀ ਅਸੀਂ ਡਾਟਾ ਇਕੱਠਾ ਕੀਤਾ ਹੈਗਾ, ਜਿਹੜਾ ਵੀ ਅਸੀਂ ਐਨਾਲਾਈਜ਼ ਕੀਤਾ ਹੈਗਾ, ਅਸੀਂ ਉਸਨੂੰ ਕੀ ਕਰਾਂਗੇ, ਇੱਕ ਰਿਪੋਰਟ ਦੇ ਰੂਪ ਦੇ ਵਿੱਚ ਲਿਖਾਂਗੇ ਕਿ ਸਾਨੂੰ ਜਿਹੜੀ ਹੈਗੀ ਆ ਆਹ ਜਾਣਕਾਰੀ ਮਿਲੀ ਹੈ, ਸਾਡੇ ਅਕੋਰਡਿੰਗ ਇਹ ਸਹੀ ਹੈ ਜਾਂ ਨਹੀਂ ਸਹੀ ਹੈ, ਅਸੀਂ ਜਿਹੜਾ ਹੈ ਉਹ ਲਿਖ ਦੇਣਾ। ਅਤੇ ਇਸ ਤਰ੍ਹਾਂ ਜਿਹੜਾ ਹੈਗਾ ਸਮਾਜਿਕ ਖੋਜ ਕਦਮ ਬਰ ਕਦਮ ਜਿਹੜੀ ਹੈਗੀ ਹੈ ਚੱਲਣ ਵਾਲਾ ਇੱਕ ਵਿਵਸਥਿਤ ਤਰੀਕਾ ਹੈ ਅਤੇ ਇਹਦੇ ਕਦਮ ਜਿਹੜੇ ਨੇ ਅਸੀਂ ਸਟੈਪਸ ਉੱਪਰ ਦੇਖ ਚੁੱਕੇ ਹਾਂ। ਸੋ ਇਹ ਸੀ ਅੱਜ ਦਾ ਵੀਡੀਓ। ਹੋਪ ਤੁਹਾਨੂੰ ਬਿਲਕੁਲ ਕਲੀਅਰ ਸਮਝ ਆ ਗਿਆ ਹੋਵੇਗਾ। ਅਗਰ ਕੋਈ ਵੀ ਕੁਐਰੀ ਹੋਈ ਤਾਂ ਮੈਨੂੰ ਜ਼ਰੂਰ ਦੱਸਿਓ। ਮਿਲਦੇ ਨਵੀਂ ਵੀਡੀਓ ਦੇ ਨਾਲ। ਧੰਨਵਾਦ।